ਮਾਂ-ਬਾਪ ਦੇ ਸਾਹਮਣੇ ਕਦੀ ਇੱਕ ਬੱਚਾ ਰੁੜ ਜਾਂਦਾ ਹੈ, ਕਦੀ ਦੂਜਾ ਰੁੜ ਜਾਂਦਾ ਹੈ, ਕਦੀ ਦੋ ਰੁੜ ਜਾਂਦੇ ਨੇ, ਕਦੀ ਵੱਡਾ ਗਿਆ, ਕਦੀ ਛੋਟਾ ਗਿਆ, ਅੱਖਾਂ ਦੇ ਸਾਹਮਣੇ ਦੇਖਦੇ ਆ। ਸ਼ੇਖੂਪੁਰੇ ਸ਼ਹਿਰ ਦੇ ਵਿੱਚ ਇੱਕ ਮਾਮਲਾ ਇਸੇ ਤਰ੍ਹਾਂ ਛੋਟਾ ਜਿਹਾ ਪੇਸ਼ ਆਇਆ। ਯਾਰ ਬਾਕੀ ਸਾਰੇ ਜਾਨਵਰ ਹੀ ਨੇ, ਦੂਸਰੀ ਬਾਤ ਸਿਰਫ 18 ਲੋग नहीं मरे, कुछ 100-125 ਤੋਂ ਜ਼ਿਆਦਾ ਲੋਕ ਮਰ ਚੁੱਕੇ ਨੇ। ਵੀਡੀਓ ਜਿਹੜੀ ਇਹ ਦੇਖੀ ਨਹੀਂ ਜਾਂਦੀ। ਅਗਰ ਕੋਈ ਤਸੱਵਰ ਕਰੇ ਆਪਣੇ ਬੱਚਿਆਂ ਵੱਲ ਤੇ ਕਿਸੇ ਕੋਲ ਵੀ ਉਹ ਵੀਡੀਓ ਨਹੀਂ ਦੇਖੀ ਜਾਂਦੀ। जी इशफाक भाई अस्सलाम वालेकुम। वालेकुम अस्सलाम जी हैदर भाई जी ठीक ठाक। अच्छा इशफाक भाई एक हालिया ही ਸਾਡੇ ਸਵਾਤ ਦਰਿਆ ਸਵਾਤ ਦੇ ਉੱਤੇ ਇੱਕ ਵਾਕਿਆ ਪੇਸ਼ ਹੋਇਆ ਬੜਾ ਦਿਲਖਰਾਸ਼ ਕਿਸਮ ਦਾ ਕਿ ਜਿਹੜੇ ਉੱਥੇ 17-18 ਟੂਰਿਸਟ ਜਿਹੜੇ ਸਨ ਉਹ ਗਏ ਸਨ ਤੇ ਉਹਨਾਂ ਨੂੰ ਜਿਸ ਤਰ੍ਹਾਂ ਉਹ ਹਾਦਸੇ ਦਾ ਸ਼ਿਕਾਰ ਹੋਏ ਨੇ, ਇਸ ਬਾਰੇ ਤੁਸੀਂ ਕੀ ਕਹਿੰਦੇ ਹੋ? ਇਹ ਸ਼ਾਹ ਜੀ ਸਿਆਲਕੋਟ ਦੀ ਫੈਮਿਲੀ ਸਿਆਹਤ ਤੇ ਗਏ, ਸੈਰ ਵਾਸਤੇ ਗਏ ਹੋਏ ਸੀ ਤੇ ਦਰਿਆ ਉਸ ਵਕਤ ਬਿਲਕੁਲ ਖੁਸ਼ਕ ਸੀ। ਜਦੋਂ ਉਹ ਸੈਲਫੀਆਂ ਵਗੈਰਾ ਲੈਣ ਵਾਸਤੇ ਉੱਥੇ ਅੰਦਰ ਪਾਣੀ ਉਹਨਾਂ ਨੇ ਆਂਦਾ ਦੇਖਿਆ ਨਾ, ਜਦੋਂ ਕੋਈ ਵੀਡੀਓ ਬਣਾਉਣ ਲਈ, ਕੋਈ ਤਸਵੀਰਾਂ ਬਣਾਉਣ ਵਾਸਤੇ ਉੱਥੇ ਦਰਿਆ ਦੀ ਖੁਸ਼ਕ ਜਿਹੜੀ ਜ਼ਮੀਨ ਸੀ ਉੱਥੇ ਅੰਦਰ ਚਲੇ ਗਏ। ਕੁਝ ਲੋਕ ਮਨਾ ਵੀ ਕਰਦੇ ਰਹੇ, ਪਰ ਪਹਾੜੀ ਇਲਾਕਾ, ਪਾਣੀ ਜਦੋਂ ਉਤਰਦਾ ਨਾ ਬਹੁਤ ਤੇਜ਼ੀ ਦੇ ਨਾਲ, ਬਹਾਓ ਬੜਾ ਤੇਜ਼ ਹੁੰਦਾ ਉੱਥੇ, ਉਹ ਪਾਣੀ ਦੇ ਘੇਰੇ 'ਚ ਆ ਗਏ, ਬੜੀ ਤੇਜ਼ੀ ਦੇ ਨਾਲ ਫਸ ਗਏ ਨੇ ਪਾਣੀ ਦੇ ਵਿੱਚ। ਛੋਟਾ ਜਿਹਾ ਟੀਲਾ ਸੀ, ਉਹਦੇ ਉੱਤੇ ਚੜ ਗਏ ਸੀ। ਉਹ ਤੁਸੀਂ ਵੀਡੀਓ ਸਾਰੀ ਦੁਨੀਆ ਦੇਖ ਚੁੱਕੀ। ਹੋਇਆ ਕਿ ਅਸਲ ਜਿਹੜੀ ਬਾਤ ਹੈ ਨਾ ਉਹ ਇਸ ਤਰ੍ਹਾਂ ਕਿ ਜਦੋਂ ਉਹ ਬੰਦੇ ਉੱਥੇ ਫਸ ਜਾਂਦੇ ਨੇ ਨਾ ਤੇ ਲੋਕ ਰੈਸਕਿਊ ਨੂੰ ਕਾਲ ਕਰਦੇ ਨੇ। KPK ਦਾ ਇਲਾਕਾ ਸਵਾਦ, ਕੋਈ ਕਰੀਬ ਲੋਕਾਂ ਦਾ ਕਹਿਣਾ ਹੈ ਕਿ 15 ਮਿੰਟ ਬਾਅਦ ਗੱਡੀ ਉੱਥੇ ਪਹੁੰਚਦੀ ਹੈ। ਉਹ ਕਹਿੰਦੇ ਨੇ ਜੀ ਸਾਡੇ ਕੋਲ ਕਸ਼ਤੀ ਨਹੀਂ ਆਇਆ, ਇੰਤਜ਼ਾਮ ਨਹੀਂ ਆਇਆ, ਬੰਦੇ ਬਾਹਰ ਕੱਢਣ ਲਿਆਜ਼ਾ ਅਸੀਂ ਕੁਝ ਕਰਨੇ ਆ। ਉਹ ਫਿਰ ਦੁਬਾਰਾ ਗਏ ਨੇ, ਫਿਰ ਗੱਡੀ ਇੱਕ ਆਈ ਹੈ ਕੁਝ ਵਕਫੇ ਤੋਂ ਬਾਅਦ। ਉਹਨਾਂ ਵੀ ਆ ਕੇ ਕਿਹਾ ਜੀ ਸਾਡੇ ਕੋਲ ਇੰਤਜ਼ਾਮਾਤ ਨਹੀਂ, ਇਹਨਾਂ ਨੂੰ ਬੰਦਿਆਂ ਨੂੰ ਅਸੀਂ ਨਹੀਂ ਮਤਲਬ ਕੱਢ, ਸਾਡੇ ਕੋਲ ਇੰਤਜ਼ਾਮਾਤ ਨਹੀਂ। ਉਹ ਚਲੇ ਗਏ ਨੇ, ਫਿਰ ਉਹਨਾਂ ਦੀ ਮਦਦ ਲਈ ਕੋਈ ਨਹੀਂ ਆਇਆ। ਤੇ ਅਜਾ ਦੇਖਦਿਆਂ ਵਕਫੇ ਨਾਲ ਇੱਕ ਕਰਕੇ ਦੋ ਕਰਕੇ, ਹੁਣ ਇੱਕ ਬਾਪ ਵੀ ਨਾਲ ਹੈ, ਮਾਂ ਵੀ ਨਾਲ ਹੈ, ਉਹਦੇ ਬੱਚੇ ਨੇ 2-3 ਬੱਚੇ ਨੇ ਨਾਲ। ਉਹ ਮਾਂ-ਬਾਪ ਦੇ ਸਾਹਮਣੇ ਕਦੀ ਇੱਕ ਬੱਚਾ ਰੁੜ ਜਾਂਦਾ ਹੈ, ਕਦੀ ਦੂਜਾ ਰੁੜ ਜਾਂਦਾ ਹੈ, ਕਦੀ ਦੋ ਰੁੜ ਜਾਂਦੇ ਨੇ, ਕਦੀ ਵੱਡਾ ਗਿਆ, ਕਦੀ ਛੋਟਾ ਗਿਆ। ਅੱਖਾਂ ਦੇ ਸਾਹਮਣੇ ਦੇਖਦਿਆਂ ਕਰੀਬ 1 ਘੰਟੇ ਦੇ ਵਿੱਚ ਸਾਰੀ ਫੈਮਿਲੀ, ਉਹ 18 ਲੋਕ ਜਿਹੜੇ ਨੇ ਮੁਖਤਲਿਫ ਜਿਹੜੇ ਘਰਾਂ ਦੇ ਸੀ, ਸਾਰੇ 18 ਲੋਕ ਰੁੜ ਗਏ ਨੇ। ਪਰ ਬਹੁਤ ਜ਼ਿਆਦਾ ਇਹ ਸਮਝ ਲਓ ਕਿ ਵਾਕਿਆ ਜਿਹੜਾ ਨਾ ਅਫਸੋਸਨਾਕ ਹੈ। ਵੀਡੀਓ ਜਿਹੜੀ ਇਹ ਦੇਖੀ ਨਹੀਂ ਜਾਂਦੀ। ਅਗਰ ਬੰਦਾ ਕੋਈ ਤਸੱਵਰ ਕਰੇ ਆਪਣੇ ਬੱਚਿਆਂ ਵੱਲ ਤੇ ਕਿਸੇ ਕੋਲ ਵੀ ਉਹ ਵੀਡੀਓ ਨਹੀਂ ਦੇਖੀ ਜਾਏਗੀ। ਇਹਦੇ ਵਿੱਚ ਹੁਣ ਤੁਹਾਡੇ ਮੁਤਾਬਕ ਤੁਸੀਂ ਕੀ ਵੇਖਦੇ ਜੇ, ਕਿਹਦਾ ਜ਼ਿਆਦਾ ਕਸੂਰ ਹੈ, ਕੌਣ ਇਹਦਾ ਜ਼ਿੰਮੇਦਾਰ ਹੈ? ਜਿਸ ਦਿਨ ਇਹ ਮਾਮਲਾ ਹੋਇਆ ਨਾ ਉਸੇ ਦਿਨ ਹੀ ਸਾਡੇ ਮਕਾਮੀ ਇਲਾਕੇ ਦੇ ਵਿੱਚ ਸ਼ੇਖੂਪੁਰੇ ਸ਼ਹਿਰ ਦੇ ਵਿੱਚ ਇੱਕ ਮਾਮਲਾ ਇਸੇ ਤਰ੍ਹਾਂ ਛੋਟਾ ਜਿਹਾ ਪੇਸ਼ ਆਇਆ ਕਿ ਕਿਸੇ ਘਰ ਦੇ ਵਿੱਚ ਸੱਪ ਨਿਕਲ ਆਉਂਦਾ ਹੈ। ਆਪਣੇ ਉਹ ਸੱਪ ਜਦੋਂ ਦੇਖਦੇ ਨੇ ਨਾ ਤੇ ਉਹ ਰੈਸਕਿਊ 1122 ਤੇ ਕਾਲ ਕਰਦੇ ਨੇ। 1122 ਤੇ ਜਦੋਂ ਕਾਲ ਕੀਤੀ ਜਾਂਦੀ ਹੈ ਤੇ ਕਾਲ ਕਰਨ ਤੋਂ ਬਾਅਦ ਚਲਦੀ ਕਾਲ ਦੇ ਵਿੱਚ ਜਿਹੜੀ ਆਪਰੇਟਰ ਸੀ ਲੜਕੀ, ਉਹਨੇ ਗੱਡੀ ਰਵਾਨਾ ਕੀਤੀ ਹੈ। ਗੱਡੀ ਰਵਾਨਾ ਕਰਕੇ ਉਹਨੇ ਫਿਰ ਕਾਲ ਡਿਸਕਨੈਕਟ ਕੀਤੀ। ਉਹਨੇ ਕਿਹਾ ਮੈਂ ਗੱਡੀ ਤੋੜ ਕੇ ਤੇ ਫਿਰ ਤੁਹਾਡੀ ਕਾਲ ਕੱਟੀ ਹੈ, ਤੁਸੀਂ ਰਾਬਤੇ 'ਚ ਰਹਿਣਾ। ਲਓ ਜੀ, ਠੀਕ 9 ਮਿੰਟ ਬਾਅਦ ਰੈਸਕਿਊ ਵਾਲਿਆਂ ਦੀ ਕਾਲ ਆਉਂਦੀ ਹੈ। ਅਗਲੇ ਮਜ਼ੀਦ 3 ਮਿੰਟ ਯਾਨੀ 12ਵੇਂ ਮਿੰਟ ਗੱਡੀ ਆ ਕੇ ਉਹਨਾਂ ਦੇ ਘਰ ਦੇ ਕੋਲ ਖੜੀ ਹੋ ਜਾਂਦੀ ਹੈ। ਫੌਰੀ ਤੌਰ ਤੇ ਰੈਸਕਿਊ ਟੀਮ ਉਤਰਦੀ ਹੈ। ਉਹ ਜਾ ਕੇ ਆਪਣਾ ਸਰਚ ਆਪਰੇਸ਼ਨ ਕਰਦੇ ਨੇ। ਉਹ ਜਿਹੜਾ ਜ਼ਹਿਰੀਲਾ ਜੋ ਕੀੜਿਆਂ ਮਕੌੜਿਆਂ ਦਾ, ਪਤਾ ਬਰਸਾਤ ਦਾ ਮੌਸਮ ਹੈ, ਤੇ ਜਾ ਕੇ ਉਹਨੂੰ ਤਲਾਸ਼ ਕਰਦੇ ਨੇ। ਉਹ ਸੱਪ ਜਿਹੜਾ ਤੇ ਉਹਨੂੰ ਤਲਾਸ਼ ਕਰਦੇ ਨੇ, ਉਹਨੂੰ ਉਹ ਮਤਲਬ ਉਹਨੂੰ ਉੱਥੇ ਤਲਫ ਕਰਦੇ ਨੇ, ਲੈ ਜਾਂਦੇ ਨੇ ਉਹਨੂੰ ਕੱਢ ਕੇ ਉੱਥੋਂ। ਯਾਨੀ ਇਹ ਪੰਜਾਬ ਦੇ ਵਿੱਚ ਇਹ ਕੰਮ ਹੋਇਆ। ਮਰੀਮ ਨਵਾਜ਼ ਨਾਲ ਹੋਣਗੇ ਇਖਤਲਾਫ ਬਹੁਤ ਸਾਰੇ ਲੋਕਾਂ ਨੂੰ, ਲੇਕਿਨ KPK ਦੇ ਵਿੱਚ 18 ਲੋਕ ਫਸੇ ਹੋਏ ਸਨ। ਉਹਨਾਂ ਵਾਸਤੇ ਰੈਸਕਿਊ ਨਹੀਂ ਗਈ। ਜਦੋਂ PTI ਦਾ ਕੋਈ ਜਲਸਾ ਜਾਂ ਕੋਈ ਧਰਨਾ ਹੁੰਦਾ ਹੈ, 40-50 100 ਗੱਡੀ ਤੱਕ ਮੌਕੇ ਤੇ ਖੜੀ ਹੁੰਦੀ ਹੈ ਰੈਸਕਿਊ ਦੀ, ਔਰ ਹਰ ਕਿਸਮ ਦੀ ਮਸ਼ੀਨਰੀ ਉਹਨਾਂ ਦੇ ਕੋਲ ਹੁੰਦੀ ਹੈ। ਲੇਕਿਨ 18 ਲੋਕ ਜਿਹੜੇ ਜਾਨ ਤੋਂ ਗਏ ਨੇ, ਜਿਨ੍ਹਾਂ ਦੇ ਬੱਚੇ ਵੀ ਸੀ, ਵੱਡੇ ਵੀ ਸੀ, ਸਾਰੇ, ਉਹਨਾਂ ਨੂੰ ਕੋਈ ਬਚਾਉਣ ਲਈ ਨਹੀਂ ਗਿਆ। ਇਹਦਾ ਜ਼ਿੰਮੇਦਾਰ ਕਿਹਨੂੰ ਠਹਿਰਾਓਗੇ ਤੁਸੀਂ? ਗੰਡਾਪੁਰ ਨੂੰ, PTI ਨੂੰ, ਉਹਨਾਂ ਦੇ ਵੋਟਰ ਨੂੰ, ਉਹਨਾਂ ਦੀ ਹਕੂਮਤ ਨੂੰ ਕਿਹਨੂੰ ਠਹਿਰਾਉਂਦੇ ਹੋ? ਅੱਛਾ ਇਸ਼ਫਾਕ ਭਾਈ, ਇਹਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਆਰਮੀ ਨੂੰ ਬਲੇਮ ਦੇ ਰਹੇ ਨੇ, ਖਸੂਸਨ PTI ਵਾਲੇ, ਤੇ ਕੁਝ ਜਿਹੜੇ ਨੇ ਉਹ ਇਹ ਵੀ ਕਹਿ ਰਹੇ ਨੇ ਜੀ ਇਮਰਾਨ ਖਾਨ ਬਾਹਰ ਹੁੰਦਾ ਤੇ ਇਹ ਕੰਮ ਨਹੀਂ ਸੀ ਹੋਣਾ, ਤੇ ਇੰਜ ਨਹੀਂ ਸੀ ਹੋਣਾ, ਉਹ ਨਹੀਂ ਸੀ ਹੋਣਾ। ਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਮਰਾਨ ਰਿਆਜ਼ ਦੀ ਵੀਡੀਓ ਮੈਂ ਵੀ ਦੇਖੀ ਸੀ। ਉਹ ਕਹਿ ਰਿਹਾ ਜੀ GSQ ਤੋਂ ਹੈਲੀਕਾਪਟਰ ਕਿਉਂ ਨਹੀਂ ਗਏ? ਦੇਖੋ ਜੀ, GSQ ਤੋਂ ਕਿਉਂ ਨਹੀਂ ਗਏ? ਸੂਬਾਈ ਗਵਰਨਮੈਂਟ ਕਦੇ ਵਾਸਤੇ ਬਣਾਈ ਜੇ? ਜਿਹੜਾ ਤੁਹਾਡੇ ਸੂਬਾਈ ਗਵਰਨਮੈਂਟ ਕੋਲ ਹੈਲੀਕਾਪਟਰ ਨੇ, ਇਹ ਤੁਸੀਂ ਵੀਡੀਓ ਦੇਖ ਸਕਦੇ ਜੇ ਕਿ ਗੰਡਾਪੁਰ ਵਾਸਤੇ ਖਾਣਾ ਜਾ ਰਿਹਾ ਹੈਲੀਕਾਪਟਰ ਦੇ ਵਿੱਚ। ਉਹ ਕਿਹਾ ਬੰਦੇ ਲਈ ਖਾਣਾ ਹੈਲੀਕਾਪਟਰ 'ਚ, ਯਾਨੀ ਹੈਲੀਕਾਪਟਰ ਇਸ ਕੰਮ ਲਈ ਯੂਜ਼ ਹੋ ਸਕਦਾ ਹੈ ਕਿ ਉਹ ਗੰਡਾਪੁਰ ਵਾਸਤੇ ਖਾਣਾ ਪਕਾ ਕੇ ਉਹ ਲੈ ਜਾਂਦਾ। ਠੀਕ ਹੈ। ਉਹ ਫਵਾਦ ਚੌਧਰੀ, ਇਮਰਾਨ ਖਾਨ ਦੀ ਗੱਲ ਸੁਣ ਲਓ ਕਿ ਕਹਿੰਦੇ ਜੀ ਇਮਰਾਨ ਖਾਨ ਬਾਹਰ ਹੁੰਦਾ ਤੇ ਬੰਦੇ ਨਹੀਂ ਸੀ ਮਰਨੇ। ਇਮਰਾਨ ਖਾਨ ਵਜ਼ੀਰ ਆਜ਼ਮ ਸੀ, 2019 ਦਾ ਸਾਲ ਸੀ, ਤੇ ਇਸੇ ਤਕਰੀਬਨ ਇਹਨਾਂ ਇਲਾਕਿਆਂ ਦੇ ਵਿੱਚ ਕਿਸੇ ਏਰੀਆ ਦੇ ਵਿੱਚ 4 ਮੁੰਡੇ ਸਨ ਜਵਾਨ, ਉਹ ਫਸੇ ਹੋਏ ਸੀ। ਇਸੇ ਤਰ੍ਹਾਂ ਦਰਿਆ ਦੇ ਵਿੱਚ ਫਸ ਗਏ ਸੀ। ਉਹ ਵੀ ਕਿਸੇ ਟੀਲੇ ਦੇ ਉੱਤੇ
ਇਹ 1 ਘੰਟਾ ਇਹਨਾਂ ਨੂੰ ਲੱਗਾ, ਉਹਨਾਂ ਨੂੰ ਤਕਰੀਬਨ 5 ਘੰਟੇ ਲੱਗੇ ਸੀ ਡੁੱਬਦਿਆਂ ਹੋਇਆਂ। ਔਰ ਉਹ ਸੋਸ਼ਲ ਮੀਡੀਆ ਤੇ ਆਪਣੀਆਂ ਤਸਵੀਰਾਂ ਵੀਡੀਓ ਆਪਣੇ ਮੈਸੇਜ ਛੱਡਦੇ ਰਹੇ ਨੇ ਕਿ ਯਾਰ ਸਾਨੂੰ ਬਚਾਓ। ਉਹਨਾਂ ਦੀ ਕਿਸੇ ਸੁਣੀ ਨਹੀਂ, ਕੋਈ ਰੈਸਕਿਊ ਵਾਲਿਆਂ ਰਾਬਤਾ ਨਹੀਂ ਕੀਤਾ, ਕੋਈ ਨਹੀਂ ਗਿਆ। ਅਖੀਰ ਉਹਨਾਂ ਦੀਆਂ ਆਪਣੀਆਂ ਅਪਲੋਡ ਕੀਤੀਆਂ ਹੋਈਆਂ ਵੀਡੀਓ ਵੀ ਮੌਜੂਦ ਨੇ, ਉਹ ਡੁੱਬ ਗਏ ਸੀ ਵਿਚਾਰੇ। ਔਰ ਬਾਅਦ ਵਿੱਚ ਪਤਾ ਚੱਲਿਆ ਸੀ ਕਿ ਇਹ ਸੋਸ਼ਲ ਮੀਡੀਆ ਤੇ ਇਮਰਾਨ ਖਾਨ ਵਾਸਤੇ ਐਕਟਿਵਿਸਟਾਂ ਦੇ ਮੁੰਡੇ ਜਿਹੜੇ ਸਨ, ਯਾਨੀ ਉਹਦੇ ਸਪੋਰਟਰ ਸਨ। ਉਹਨਾਂ ਨੂੰ ਨਹੀਂ ਬਚਾਇਆ ਉਦੋਂ 5 ਸਾਲ ਇਮਰਾਨ ਖਾਨ ਜਦੋਂ ਵਜ਼ੀਰ ਆਜ਼ਮ ਸੀ ਉਦੋਂ ਨਹੀਂ ਬਚਾਇਆ। ਹੁਣ ਇਮਰਾਨ ਖਾਨ ਬਾਹਰ ਹੁੰਦਾ ਤੇ ਉਹਨੇ ਕੀ ਕਰ ਲੈਣਾ, ਕਿਸ ਤਰ੍ਹਾਂ ਬਚਾ ਲੈਣਾ ਸੀ? ਯਾਰ ਇਮਰਾਨ ਖਾਨ ਬਾਹਰ ਹੁੰਦਾ ਤੇ ਉਹਨੇ ਹੀ ਬਚਾਣਾ ਸੀ। ਇਹ ਗੰਡਾਪੁਰ ਬੰਦਾ ਨਹੀਂ, ਇਹ ਇਨਸਾਨ ਨਹੀਂ ਕਿ ਵਜ਼ੀਰ ਆਲਾ ਦੇ ਕੋਈ ਇਖਤਿਆਰਾਤ ਨਹੀਂ। ਇੱਕ ਸੂਬੇ ਦੇ ਕੋਲ ਕੋਈ ਮਤਲਬ ਐਸੀ ਮਸ਼ੀਨਰੀ, ਕੋਈ ਐਸਾ ਸਾਜ਼ੋ ਸਮਾਨ ਨਹੀਂ ਸੀ ਕਿ ਉਹਨਾਂ ਨੂੰ ਬਚਾ ਲੈਂਦੇ। ਅਲੀਮਾ ਖਾਨ ਫਸੀ ਸੀ 2019 ਦੇ ਵਿੱਚ ਚਤਰਾਲ ਦੇ ਇਲਾਕੇ 'ਚ, ਉਹਦੀ ਕੁੜੀ ਵੀ ਨਾਲ ਸੀ। ਇਹ ਕਹਿੰਦੇ ਨਾ ਇਮਰਾਨ ਖਾਨ ਬਾਹਰ ਹੁੰਦਾ ਤੇ ਬਚਾ ਲੈਣਾ ਸੀ। ਅਲੀਮਾ ਖਾਨ ਚਤਰਾਲ ਦੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਸਲਾਬ ਦੇ ਇਲਾਕੇ ਦੇ ਵਿੱਚ ਫਸ ਗਈ ਸੀ, ਯਾਨੀ ਕਿ ਖਤਰਨਾਕ ਪੋਜੀਸ਼ਨ ਨਹੀਂ ਸੀ। ਸਿਰਫ ਇਹ ਸੀ ਕਿ ਜਿਸ ਜਗ੍ਹਾ ਤੇ ਮੌਜੂਦ ਸੀ ਉੱਥੇ ਇੱਧਰ ਉੱਧਰ ਪਾਣੀ ਆ ਗਿਆ। ਇਹ ਵੀ ਨਹੀਂ ਸੀ ਕਿ ਗੱਡੀਆਂ ਤੇ ਨਿਕਲ ਨਹੀਂ ਸੀ ਸਕਦੀ, ਸਿਰਫ ਪਾਣੀ ਆ ਗਿਆ। ਫੌਰੀ ਤੌਰ ਤੇ ਹੈਲੀਕਾਪਟਰ ਗਿਆ ਅਲੀਮਾ ਖਾਨ ਤੇ ਉਹਦੀ ਬੇਟੀ ਨੂੰ ਜਾ ਕੇ ਉੱਥੇ ਚੁੱਕ ਕੇ ਲਿਆਇਆ। ਠੀਕ ਹੈ, ਤੇ ਉਹ 5 ਬੰਦੇ, 4 ਜਿਹੜੇ ਮੁੰਡੇ ਸੀ ਉਹ ਨਹੀਂ ਸੀ ਬਚਾ ਸਕੇ। ਹੁਣ ਇਹ ਵੀ KPK ਦੇ ਵਿੱਚ ਹੀ ਡੁੱਬੇ ਨੇ। ਇਮਰਾਨ ਖਾਨ ਹੁੰਦਾ ਤੇ ਉਹਨੇ ਛੁਡਾ ਲੈਣਾ ਸੀ। ਯਾਰ ਬਾਕੀ ਸਾਰੇ ਜਾਨਵਰ ਹੀ ਨੇ। ਇਹ ਜਿੰਨੀ ਉੱਥੇ ਮਸ਼ੀਨਰੀ ਸਰਕਾਰੀ ਉਹਨਾਂ ਦਾ ਸਾਰਾ ਅਮਲਾ ਇੱਕ ਸੂਬੇ ਦੀ ਹਕੂਮਤ ਹੈ ਉਹਨਾਂ ਦੀ, ਜਾਂ ਉਹਨਾਂ ਦੇ ਵਿੱਚ ਕਿਸੇ ਦੇ ਵਿੱਚ ਕੋਈ ਖੂਬੀ ਕੋਈ ਖਸਲਤ ਨਹੀਂ ਹੈ ਇਨਸਾਨਾਂ ਵਾਲੀ। ਇਮਰਾਨ ਖਾਨ ਨੇ ਬਚਾਣੇ ਸੀ। ਉਹ ਗੰਡਾਪੁਰ ਤੇ ਕਹਿ ਰਿਹਾ ਮੈਂ ਜਾ ਕੇ ਤੰਬੂ ਦੇਣੇ ਸੀ ਉਹਨਾਂ ਨੂੰ। ਇਹ ਬਿਆਨ ਜੇ ਗੰਡਾਪੁਰ ਦਾ, ਉਹਨਾਂ ਨੂੰ ਪੁੱਛਿਆ ਨਾ, ਵਜ਼ੀਰੇ ਵਾਲਾ ਦਾ ਬਿਆਨ ਹੈ। ਹਾਂਜੀ, ਉਹ ਗੰਡਾਪੁਰ ਨੂੰ ਸਵਾਲ ਕੀਤਾ ਨਾ, ਕਹਿੰਦਾ ਜੀ ਥੱਲੇ ਟੀਮ ਬੜੀ ਕੰਮ ਕਰਦੀ ਪਈ ਹੈ ਮੇਰੇ, ਮੈਂ ਕੋਈ ਜਾ ਕੇ ਤੰਬੂ ਦੇਣੇ ਸੀ ਉਹਨਾਂ ਨੂੰ ਉੱਥੇ। ਇਹ ਵਜ਼ੀਰੇ ਵਾਲਾ ਦਾ ਬਿਆਨ ਜੇ। ਯਾਰ ਇਸ ਤਰ੍ਹਾਂ ਦੇ ਤੁਸੀਂ ਜਾਨਵਰ ਨੂੰ ਵਜ਼ੀਰੇ ਵਾਲਾ ਬਣਾਓਗੇ ਤੇ ਕੀ ਹੋਏਗਾ ਫਿਰ? ਅੱਛਾ, ਜੋ ਹੋਇਆ ਉਹ ਤੇ ਹੋਇਆ ਹੀ ਹੈ, ਲੇਕਿਨ ਜਿਸ ਤਰੀਕੇ ਨਾਲ ਉਹਨਾਂ ਨੇ ਲਾਸ਼ਾਂ ਵਾਪਸ ਭੇਜੀਆਂ ਨੇ, ਜਿਵੇਂ ਮੈਂ ਵੇਖ ਰਿਹਾ ਸੀ ਕਿ ਉਹ ਇੱਕ ਜਿਹੜਾ ਕਚਰੇ ਵਾਲਾ ਡੰਪਰ ਹੁੰਦਾ ਉਹਦੇ ਵਿੱਚ ਲਾਸ਼ਾਂ ਭੇਜੀਆਂ ਨੇ ਵਾਪਸ। ਇਹ ਕਿੰਨਾ ਕੁ ਸ਼ਰਮ ਦਾ ਮਕਾਮ ਹੈ ਤੇ ਕਿੰਨਾ ਕਿ ਕੋ ਕਹਿੰਦੇ ਨੇ ਜੀ ਅਸੀਂ ਬੜੇ ਮਹਿਮਾਨ ਨਵਾਜ਼ ਆ, ਕਿੰਨਾ ਕੁ ਇਲਾਕਾਈ ਸਕਾਫਤ ਨੂੰ ਉਹਨਾਂ ਨੇ ਆਪਣਾ ਸ਼ੋਅ ਕੀਤਾ। ਦੇਖੋ ਜੀ, ਬੇਸ਼ਰਮ ਬੰਦੇ ਨੂੰ ਕੋਈ ਸ਼ਰਮ ਨਹੀਂ ਹੁੰਦੀ। ਅਗਰ ਕੋਈ ਸ਼ਰਮ ਹਯਾ ਵਾਲੇ ਹੁੰਦੇ ਨਾ ਤੇ ਉਹਨਾਂ ਦਾ ਜਿਹੜਾ ਰੈਸਕਿਊ ਅਦਾਰਾ ਹੈ ਨਾ, ਰੈਸਕਿਊ 1122 ਦਾ, ਪੰਜਾਬ 'ਚ ਤੁਸੀਂ ਦੇਖ ਲਵੋ ਕਿ ਬਿਹਤਰੀਨ ਕੰਮ ਕਰ ਰਿਹਾ। ਕਿਸੇ ਜਗ੍ਹਾ ਦੇ ਉੱਤੇ ਵੀ ਖੁਦਾ ਨਖਾਸਤਾ ਕਿਸੇ ਨੂੰ ਜ਼ਰੂਰਤ ਪੈਂਦੀ ਹੈ ਕਿਸੇ ਐਮਰਜੈਂਸੀ 'ਚ, ਅਸੀਂ ਅੱਜ ਤੱਕ ਦੇਖਿਆ ਕਿ ਕਦੀ ਕਿਸੇ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਉਹਨਾਂ ਨੇ ਕਰਾਇਆ। ਫੌਰੀ ਤੌਰ ਤੇ ਪਹੁੰਚਦੇ ਨੇ ਔਰ ਬਹੁਤ ਜ਼ਿਆਦਾ ਮਤਲਬ ਜਜ਼ਬੇ ਦੇ ਨਾਲ ਉਹ ਕੰਮ ਕਰਦੇ ਨੇ। ਹੁਣ ਅਸੀਂ ਸੋਚਦੇ ਹਾਂ ਕਿ ਸ਼ਾਇਦ KPK ਦੇ ਵਿੱਚ ਵੀ 1122 ਇੰਜ ਹੀ ਕੰਮ ਕਰ ਰਿਹਾ ਹੋਏਗਾ, ਜਿੱਥੇ ਕੋਈ 12-13 ਸਾਲ ਤੋਂ PTI ਦੀ ਹਕੂਮਤ ਹੈ। ਚਲੋ ਇਹਨਾਂ ਨੂੰ ਤੇ ਚੋਰ ਕਰਪਟ ਕਹਿੰਦੇ ਨੇ ਨਾ, ਨੂਨ ਲੀਗ ਵਾਲਿਆਂ ਨੂੰ। ਬਿਲਕੁਲ। ਉਹ ਉਧਰ ਤੇ ਚਲੋ ਇਮਾਨਦਾਰ ਲੋਕ ਨੇ ਨਾ, ਕਰਪਸ਼ਨ ਵੀ ਨਹੀਂ ਹੁੰਦੀ। ਇਹ ਤੁਸੀਂ ਦੇਖੋ ਯਾਰ, ਰੱਸਿਆਂ ਨਾਲ ਲਟਕ ਕੇ ਦਰਿਆ ਪਾਰ ਕਰ ਰਹੇ ਹੁੰਦੇ ਨੇ। ਇਹ ਤਰੱਕੀ ਹੈ। ਬੱਚੀਆਂ ਸਕੂਲ ਜਾ ਰਹੀਆਂ ਨੇ, ਉਹ ਨਾਲਿਆਂ ਦੇ ਵਿੱਚੋਂ ਲੰਘਦੀਆਂ ਹੋਈਆਂ ਵਿਚਾਰੀਆਂ ਵਿੱਚ ਡੁੱਬਣ ਡਈਆਂ ਹੁੰਦੀਆਂ। ਇਹ ਕਈ ਵੀਡੀਓ ਤੁਸੀਂ ਦੇਖ ਸਕਦੇ ਹੋ। ਬਲਕਿ ਅਫਗਾਨਿਸਤਾਨ ਦੀ ਇੱਕ ਵੀਡੀਓ ਵਾਇਰਲ ਹੈ, ਵੱਲਾ ਆਲਮ ਉਹਦੇ 'ਚ ਹਕੀਕਤ ਕੀ ਹੈ ਅਫਗਾਨਿਸਤਾਨ ਦੀ, ਕਿੱਥੋਂ ਦੀ ਹੈ। ਇੱਕ ਬੰਦਾ ਫਸਿਆ ਇਸੇ ਤਰ੍ਹਾਂ ਹੀ ਸੈਲਾਬੀ ਰੇਲੇ ਦੇ ਵਿੱਚ, ਉਹਨੂੰ ਹੈਲੀਕਾਪਟਰ ਜਾ ਕੇ ਤੇ ਰੱਸੇ ਦੇ ਨਾਲ ਲਟਕ ਕੇ ਜਾ ਕੇ ਉਹਨੂੰ ਰੈਸਕਿਊ ਕਰਕੇ ਤੇ ਬਾਹਰ ਜਾ ਕੇ ਕੱਢਿਆ। ਅਫਗਾਨਿਸਤਾਨ ਦੀ ਦੱਸਣ ਚ ਆ ਰਿਹਾ ਵੱਲਾ ਆਲਮ ਕਿੱਥੋਂ ਦੀ ਹੈ। ਤੇ ਇਸ ਤਰ੍ਹਾਂ ਦੇ ਵਾਕਿਆਤ ਹੁੰਦੇ ਨੇ, ਦੀਗਰ ਮੁਲਕਾਂ ਵਿੱਚ ਵੀ ਹੁੰਦੇ ਨੇ। ਇਮਰਾਨ ਖਾਨ ਸਾਹਿਬ ਕਹਿੰਦੇ ਹੁੰਦੇ ਸੀ ਜੀ ਕੈਨੇਡਾ ਦੇ ਵਜ਼ੀਰ ਆਜ਼ਮ ਨੇ ਕਸ਼ਤੀ ਉਲਟਣ ਦੀ ਵਜ੍ਹਾ ਤੋਂ ਅਸਤੀਫਾ ਦੇ ਛੜਿਆ, ਫਲਾਣੇ ਨੇ ਇਹ ਕਰਤਾ, ਢਿੰਗੜੇ ਨੇ ਇਹ ਕਰ ਦਿੱਤਾ। ਯਾਰ ਇਹ ਕਦੋਂ ਅਸਤੀਫਾ ਦੇਣਗੇ? ਇੱਕ ਚੀਜ਼ ਹੋਰ ਦੇਖੋ, ਫਵਾਦ ਚੌਧਰੀ ਜਦੋਂ ਨੂਨ ਲੀਗ ਵਾਲੇ ਜਿਹੜੀ ਇਹਨਾਂ ਦੀ ਕਿਆਦਤ ਸੀ ਹੈਲੀਕਾਪਟਰ ਯੂਜ਼ ਕਰਦੇ ਸੀ ਨਾ, ਤੇ ਇਮਰਾਨ ਖਾਨ ਤੇ ਸਾਰੇ ਇਤਰਾਜ਼ ਕਰਦੇ ਸੀ ਕਿ ਇਹ ਸ਼ਾਹ ਖਰਚੀਆਂ ਨੇ, ਫਜ਼ੂਲ ਖਰਚੀਆਂ ਨੇ, ਇਹ ਯਾਨੀ ਕਿ ਮੁਲਕ ਦੇ ਉੱਤੇ ਕੌਮੀ ਖਜ਼ਾਨੇ ਤੇ ਬਹੁਤ ਜੇ ਹੈਲੀਕਾਪਟਰ ਯੂਜ਼ ਕਰਦੇ ਨੇ, ਇਹ ਗੱਡੀ ਤੇ ਵੀ ਜਾ ਸਕਦੇ ਨੇ। ਬਿਲਕੁਲ। ਤੇ ਜਦੋਂ ਉਹ ਗੱਡੀ ਦੇ ਉੱਤੇ ਜਾਂਦੇ ਸੀ ਫਿਰ ਕਹਿੰਦੇ ਸੀ ਜੀ ਇਹਨਾਂ ਦੇ ਨਾਲ ਪ੍ਰੋਟੋਕੋਲ ਦੀਆਂ ਗੱਡੀਆਂ ਨੇ, ਇੰਨਾ ਜ਼ਿਆਦਾ ਖਰਚਾ ਹੈ, ਇਹ ਵੀ ਫਜ਼ੂਲ ਖਰਚੀ ਹੈ। ਫਿਰ ਇਮਰਾਨ ਖਾਨ ਵਜ਼ੀਰ ਆਜ਼ਮ ਬਣਿਆ। ਹੁਣ ਬਣੀ ਗੱਲ ਆ ਤੂੰ ਕੌਮੀ ਅਸੈਂਬਲੀ 4 ਕਿਲੋਮੀਟਰ ਦਾ ਫਾਸਲਾ, 4 ਕਿਲੋਮੀਟਰ ਦਾ ਸਫ਼ਰ ਕਰਨ ਵਾਸਤੇ ਇਮਰਾਨ ਖਾਨ ਆਪਣੇ ਘਰੋਂ ਹੈਲੀਕਾਪਟਰ ਤੇ ਉੱਥੇ ਕੌਮੀ ਅਸੈਂਬਲੀ ਆਉਂਦਾ ਹੁੰਦਾ ਸੀ ਜਦੋਂ ਆਉਂਦਾ ਸੀ। ਤੇ ਲੋਕ ਜਦੋਂ ਇਤਰਾਜ਼ ਕੀਤਾ ਨਾ ਕਿ ਖਾਨ ਸਾਹਿਬ ਹੁਣ ਹੈਲੀਕਾਪਟਰ ਕਿਉਂ ਯੂਜ਼ ਕਰਦੇ, ਕਿਆ ਇਹ ਜਾਇਜ਼ ਹੈ? ਤੇ ਫਵਾਦ ਚੌਧਰੀ ਨੇ ਕਿਹਾ ਸੀ ਜੀ ਗੂਗਲ ਕਰਕੇ ਦੇਖ ਲਓ, 50-60 ਰੁਪਏ ਪਰ ਕਿਲੋਮੀਟਰ ਪੈਂਦਾ, ਪਤਾ ਨਹੀਂ 30-40-50 ਰੁਪਏ ਦੱਸਿਆ ਉਹਨੇ ਕਿ ਪਰ ਕਿਲੋਮੀਟਰ ਪੈਂਦਾ। ਉਹਨੇ ਕਿਹਾ ਸਭ ਤੋਂ ਸਸਤੀ ਸਵਾਰੀ ਹੈ ਵੇ। ਜਦੋਂ ਨਵਾਜ਼ ਸ਼ਰੀਫ ਹੋਣੀ ਯੂਜ਼ ਕਰਨ ਉਦੋਂ ਇਹ ਫਜ਼ੂਲ ਖਰਚੀ ਹੈ, ਬਹੁਤ ਮਹਿੰਗਾ ਹੈ। ਜਦੋਂ ਇਮਰਾਨ ਖਾਨ ਯੂਜ਼ ਕਰੇ 30-40 ਰੁਪਏ ਪਰ ਕਿਲੋਮੀਟਰ ਪੈਂਦਾ। ਫਿਰ ਲੋਕਾਂ ਨੇ ਇਤਰਾਜ਼ ਕੀਤਾ ਜੀ ਇਮਰਾਨ ਖਾਨ ਅਗਰ ਗੱਡੀ ਤੇ ਆਵੇ ਤੇ ਹੋਰ ਸਸਤਾ ਨਹੀਂ ਪਏਗਾ। ਉਹਨਾਂ ਕਿਹਾ ਜੀ ਗੱਡੀ ਤੇ ਪ੍ਰੋਟੋਕੋਲ ਆਏਗਾ, ਇੰਨੀਆਂ ਗੱਡੀਆਂ ਆਣਗੀਆਂ, ਟ੍ਰੈਫਿਕ ਬਲਾਕ ਹੋਏਗੀ। ਖਾਨ ਸਾਹਿਬ ਆਵਾਮ ਦੀ ਸਹੂਲਤ ਵਾਸਤੇ ਹੈਲੀਕਾਪਟਰ ਯੂਜ਼ ਕਰਦੇ ਨੇ। ਯਾਨੀ ਇਹ ਸੇਮ ਪੁਲਿਸ ਹੀ ਅਗਰ ਨੂਨ ਲੀਗ ਕਰਦੀ ਹੈ ਤੇ ਉਹ ਸਭ ਕੁਝ ਗਲਤ ਹੈ। ਉਹ ਬਿਲਕੁਲ ਗਲਤ ਹੈ। ਤੇ ਜਦੋਂ ਇਹ PTI ਵਾਲੇ ਉਹੀ ਕੰਮ ਕਰਨ ਤੇ ਉਹ ਬਿਲਕੁਲ ਸਵਾਬ ਦਾ ਕੰਮ ਹੈ। ਅੱਛਾ, ਹੁਣ ਗੱਲ ਇਹ ਆ ਕਿ ਇਹਦੇ ਵਿੱਚ ਜੋ ਹੋਣਾ ਸੀ ਉਹ ਤੇ ਹੋਇਆ ਹੈ। ਕੀ ਹੋਣਾ ਚਾਹੀਦਾ ਆਇੰਦਾ ਫਿਊਚਰ ਦੇ ਵਿੱਚ ਇਹੋ ਜਿਹੇ ਵਾਕਿਆਤ ਤੋਂ ਬਚਣ ਵਾਸਤੇ? ਕੀ ਤੁਸੀਂ ਮੈਸੇਜ ਦਿੰਦੇ ਹੋ? ਤੇ ਇਹਦਾ ਜਿਹੜਾ ਹੁਣ ਇਹਦੇ ਗੁਨਾਹਗਾਰ ਨੇ ਉਹਨਾਂ ਦਾ ਕੀ ਅੰਜਾਮ ਹੋਣਾ ਚਾਹੀਦਾ?
ਮੇਰਾ ਤੇ ਅੰਦਾਜ਼ਾ ਹੈ ਕਿ ਜਿਹੜੇ ਇਹਦੇ ਗੁਨਾਹਗਾਰ ਨੇ ਨਾ ਕੋਈ ਆਮ ਲੋਕ ਨਹੀਂ, ਇਹਨਾਂ ਨੇ ਰੈਸਕਿਊ ਦੇ ਕੁਝ ਅਹਿਲਕਾਰਾਂ ਨੂੰ, ਕੋਈ ਜ਼ਿੰਮੇਦਾਰਾਂ ਨੂੰ ਮੁਅੱਤਲ ਕਰ ਛੜਿਆ। ਕੀ ਫਾਇਦਾ? ਉਹਨਾਂ 18 ਲੋਕਾਂ ਜ਼ਿੰਦਾ ਨਹੀਂ ਹੋ ਜਾਣਾ। ਦੂਸਰੀ ਬਾਤ, ਸਿਰਫ 18 ਲੋਕ ਨਹੀਂ ਮਰੇ, ਕੁਝ 100 ਸਵਾ 100 ਤੋਂ ਜ਼ਿਆਦਾ ਲੋਕ ਮਰ ਚੁੱਕੇ ਨੇ। ਸਿਰਫ 18 ਲੋਕ ਜ਼ਿਆਦਾ ਵਾਇਰਲ ਇਸ ਲਈ ਹੋ ਗਈ ਹੈ ਖਬਰ ਕਿ ਉਹਨਾਂ ਦਾ ਮਤਲਬ ਵੀਡੀਓ ਜਿਹੜੀ ਹੈ ਨਾ ਆਮ ਤੌਰ ਤੇ ਵਾਇਰਲ ਪਹਿਲੇ ਹੋ ਚੁੱਕੀ ਸੀ। ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਇਹ 2-3 ਦਿਨ ਦੇ ਵਿੱਚ ਲੋਕ ਜੇ ਸ਼ਰਾਬੀ ਰੇਲਿਆਂ ਦੇ ਵਿੱਚ ਮਰੇ ਨੇ। ਸਵਾਲੀਆ ਨਿਸ਼ਾਨ ਹੈ KPK ਗਵਰਨਮੈਂਟ ਦੇ ਉੱਤੇ, ਉਹਨਾਂ ਦੀ ਕਾਰਕਰਦਗੀ ਦੇ ਉੱਤੇ। ਤੇ ਹੋਣਾ ਇਹਨਾਂ ਨੂੰ ਸਜ਼ਾ ਸਿਰਫ ਅੱਲਾ ਨੇ ਦੇਣੀ ਹੈ। ਇਹ ਗੰਡਾਖੋਰ ਹੈ ਜਾਂ ਇਹ ਨੇ, ਇਹਨਾਂ ਨੂੰ ਕਿਹੜਾ ਸਜ਼ਾ ਦੇ ਸਕਦਾ ਇਹੋ ਜਿਹੇ ਬੰਦਿਆਂ ਨੂੰ? ਇਹਨਾਂ ਨੂੰ ਅੱਲਾ ਨੇ ਸਜ਼ਾ ਦੇਣੀ ਹੈ, ਜਿਸ ਤਰ੍ਹਾਂ ਪਹਿਲੇ ਵੀ ਕਈਆਂ ਨੂੰ ਮਿਲਦੀ ਪਈ ਹੈ। ਤੇ ਹੋ ਕੁਝ ਨਹੀਂ ਸਕਦਾ ਸ਼ਾਹ ਜੀ ਪਾਕਿਸਤਾਨ ਦੇ ਵਿੱਚ। ਹਾਂ ਇੱਕ ਚੀਜ਼ ਹੈ ਵੇ, ਮਖਸੂਸ ਨਸ਼ਿਸਤਾਂ ਦਾ ਕੇਸ ਹੋ ਜਿਹੜਾ ਨਾ ਉਹਦਾ ਫਾਈਨਲ ਫੈਸਲਾ ਹੋ ਗਿਆ। ਅੱਗੋਂ ਸ਼ਾਇਦ KPK ਗਵਰਨਮੈਂਟ ਜਿਹੜੀ ਉੱਥੇ ਆਦਮ ਇਤਮਾਦ ਹੋ ਜਾਏ ਕਿ ਯਾਰ ਅਸੀਂ ਕਮ ਸੇ ਕਮ ਜਦੋਂ ਵੋਟ ਦਿੰਦੇ ਆ ਤੇ ਅਕਲ ਦਾ ਇਸਤੇਮਾਲ ਕਰ ਲਈਏ ਕਿ ਯਾਰ ਅਸੀਂ ਜਿਸ ਬੰਦੇ ਨੂੰ ਵੋਟ ਦੇ ਰਹੇ ਹਾਂ ਉਹਨੇ ਮਾਜ਼ੀ ਦੇ ਵਿੱਚ ਸਾਡੇ ਨਾਲ ਕੀ ਸਲੂਕ ਕੀਤਾ, ਜਾਂ ਜਿਨ੍ਹਾਂ ਦੀ ਅਸੀਂ ਮੁਖਾਲਫਤ ਕਰਦੇ ਪਏ ਆ ਉਹਨਾਂ ਦੇ ਹਾਲਾਤ ਕੈਸੇ ਨੇ, ਉਹ ਆਪਣੇ ਇਲਾਕਿਆਂ ਦੀ ਕਿਸ ਤਰੀਕੇ ਨਾਲ ਖਿਦਮਤ ਕਰਦੇ ਪਏ ਨੇ। ਚੰਗੇ ਬੁਰੇ ਦੀ ਤਮੀਜ਼ ਕਰਕੇ ਵੋਟ ਪਾਓ। ਅੱਛਾ, ਇਹਦੇ ਵਿੱਚ ਬੜੇ ਸਾਰੇ ਲੋਕ ਜਿਹੜੇ ਨਾ ਹੁਣ ਇਤਰਾਜ਼ ਕਰਦੇ ਨੇ ਜੀ, ਦੇਖੋ ਪੰਜਾਬ ਹੀ ਰਹਿ ਗਿਆ, ਸਿਰਫ ਇਸਲਾਮਾਬਾਦ ਹੀ ਰਹਿ ਗਿਆ, ਲਾਹੌਰ ਰਹਿ ਗਿਆ, ਸਾਰੇ ਖਰਚੇ ਇੱਥੇ ਕਰ ਰਹੇ ਨੇ, ਗਵਰਨਮੈਂਟ ਜਿਹੜੀ ਉਹ ਸਾਰਾ ਪੈਸਾ ਇੱਥੇ ਲਾ ਰਹੀ ਹੈ, ਪੰਜਾਬ 'ਚ ਬੜੀ ਤਰੱਕੀ ਹੈ। ਹੁਣ ਜਿਵੇਂ ਬਜਟ ਆਇਆ, ਸਾਰੇ ਸੂਬਿਆਂ ਨੂੰ ਅਰਬਾਂ ਰੁਪਈਆ ਮਿਲਿਆ, ਤੇ ਇਹਦਾ ਤੁਸੀਂ ਕੀ ਆਵਾਮ ਨੂੰ ਮੈਸੇਜ ਦੇਣਾ ਚਾਹੋਗੇ ਜਿਹੜੇ ਕਹਿੰਦੇ ਨੇ ਕਿ ਪੰਜਾਬ 'ਚ ਸਭ ਕੁਝ ਰਹਿ ਗਿਆ, ਸਾਡੇ ਵਾਸਤੇ ਕੁਝ ਨਹੀਂ, ਹਾਲਾਂਕਿ ਬਜਟ ਉਹਨਾਂ ਨੂੰ ਵੀ ਦਿੱਤਾ ਜਾਂਦਾ ਹੈ। ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਨਾ, ਮਰੀਮ ਨਵਾਜ਼, ਕਿਸੇ ਨੂੰ ਇਤਰਾਜ਼ ਹੋਏਗਾ, ਇਖਤਲਾਫ ਹੋਏਗਾ, ਹੋ ਸਕਦਾ ਇਖਤਲਾਫ ਇਨਸਾਨ ਨੂੰ ਹੁੰਦਾ। ਪੰਜਾਬ ਦੀ ਜਿਹੜੀ ਮਰੀਮ ਨਵਾਜ਼ ਹੈ, ਨਵਾਜ਼ ਸ਼ਰੀਫ ਦੀ ਬੇਟੀ ਹੈ। ਨਵਾਜ਼ ਸ਼ਰੀਫ 3 ਵਾਰੀ ਵਜ਼ੀਰ ਆਜ਼ਮ ਬਣਿਆ ਔਰ ਇਹਨੇ ਹਰ ਦੌਰੇ 'ਚ ਮੁਲਕ ਨੂੰ ਸਵਾਰਿਆ, ਮੁਲਕ ਨੂੰ ਬਹੁਤ ਅੱਗੇ ਲੈ ਕੇ ਗਿਆ। ਇਹ ਉਸ ਨਵਾਜ਼ ਸ਼ਰੀਫ ਦੀ ਬੇਟੀ ਹੈ ਔਰ ਸ਼ਹਿਬਾਜ਼ ਸ਼ਰੀਫ ਦੀ ਭਤੀਜੀ ਹੈ। ਪਾਕਿਸਤਾਨ ਦੇ ਵਿੱਚ ਕੋਈ ਲੀਡਰ ਵੀ ਐਸਾ ਹੁਣ ਤੱਕ ਅਸੀਂ ਨਹੀਂ ਦੇਖਿਆ ਜਿਹਨੇ ਇੰਨਾ ਪਾਕਿਸਤਾਨ ਦੇ ਨਾਲ ਹਮਦਰਦਾਨਾ ਤਰੀਕੇ ਦੇ ਨਾਲ ਕੰਮ ਕੀਤਾ ਹੋਵੇ, ਮੁਖਲਸ ਹੋ ਕੇ। ਔਰ ਉਹ ਮੁਖਲਸ ਹੋ ਕੇ ਇੱਕ ਜਜ਼ਬੇ ਦੇ ਨਾਲ ਇਸ ਪੰਜਾਬ ਨੂੰ ਸਵਾਰਨ ਰਹੀ ਹੈ। ਮੈਨੂੰ ਵੀ ਇਖਤਲਾਫ ਹੈ, ਕਈਆਂ ਜਗ੍ਹਾ ਤੇ ਉਹਦੇ ਨਾਲ ਹੋਏਗਾ, ਕਈ ਪਾਲਿਸੀਆਂ ਐਸੀਆਂ ਹੋਣਗੀਆਂ ਥੱਲੇ ਟੀਮ ਬਣਾ ਰਹੀ ਹੈ। ਲੇਕਿਨ ਇਹ ਵੀ ਕਿ ਹਸਪਤਾਲਾਂ ਦਾ ਨਿਜ਼ਾਮ ਦੇਖ ਲਵੋ, ਹੋਰ ਜਗ੍ਹਾ ਤੇ ਵੀ ਤੁਸੀਂ ਆਪਣਾ ਸੜਕਾਂ ਦਾ ਨਿਜ਼ਾਮ ਦੇਖ ਲਵੋ, ਪੰਜਾਬ 'ਚ ਕੰਮ ਬਹੁਤ ਬਿਹਤਰ ਹੋ ਰਿਹਾ। ਕਿਉਂ ਹੋ ਰਿਹਾ? ਕਿ ਇਹ ਪੈਸੇ ਲਾ ਰਹੇ ਨੇ, ਇਹ ਸਿਰਫ ਹੜਪ ਨਹੀਂ ਕਰ ਰਹੇ, ਦੂਜੇ ਸੂਬਿਆਂ ਨੂੰ ਫੰਡ ਮਿਲਦੇ ਨੇ, ਉਧਰ ਦੇ ਜਿਹੜੇ ਜ਼ਿੰਮੇਦਾਰਾਂ ਨੇ ਉਹ ਖਾ ਜਾਂਦੇ ਨੇ ਸਾਰਾ। ਇਹਦੀ ਇੱਕ ਸਾਦੀ ਜਿਹੀ ਮਿਸਾਲ ਕਿ ਤੁਸੀਂ ਇਹ ਦੇਖੋ, ਬਜਟ ਜਦੋਂ ਪੇਸ਼ ਕੀਤਾ ਗਿਆ ਹੈ ਤੇ ਉਹਦੇ ਵਿੱਚ 10 ਕਰੋੜ ਰੁਪਈਆ ਸਿਰਫ ਗੰਡਾਪੁਰ ਦਾ ਜਿਹੜਾ ਬਿਸਕੁਟਾਂ ਦਾ ਮਤਲਬ ਵਜ਼ੀਰ ਆਲਾ ਹਾਊਸ ਦਾ ਬਿੱਲ ਆਇਆ। 10 ਕਰੋੜ ਦੇ ਇੱਕ ਸਾਲ 'ਚ ਵਜ਼ੀਰ ਆਲਾ ਹਾਊਸ ਦੇ ਵਿੱਚ ਸਿਰਫ ਬਿਸਕੁਟ ਹੀ ਖਾਦੇ ਗਏ ਨੇ। ਉਹ ਜਿਹੜਾ ਸਰਕਾਰੀ ਖਜ਼ਾਨਾ ਹੈ ਨਾ KPK ਦਾ, ਉਹਦੇ ਵਿੱਚੋਂ 40 ਅਰਬ ਰੁਪਈਆ ਪਤਾ ਹੀ ਨਹੀਂ ਲੱਗਾ ਉਸ ਅਕਾਊਂਟ ਦੇ ਵਿੱਚੋਂ ਖੁਰਦ-ਬੁਰਦ ਕਿੱਧਰ ਹੋ ਗਿਆ। ਤੇ ਉਹਦੀ ਇਨਵੈਸਟੀਗੇਸ਼ਨ ਕੋਈ ਨਹੀਂ, ਕੋਈ ਇਨਵੈਸਟੀਗੇਸ਼ਨ ਤੇ ਦੇਖੋ ਉਹਦੀ ਹੋਏ ਜਾਂ ਨਾ ਹੋਵੇ, ਲੇਕਿਨ ਸਵਾਲੀਆ ਨਿਸ਼ਾਨ ਇਹ ਵੇਖ ਕਿ 40 ਅਰਬ ਰੁਪਈਆ ਗਿਆ ਕਿੱਧਰ ਉਸ ਖਾਤੇ ਦੇ ਵਿੱਚੋਂ, ਉਸ ਮਤਲਬ ਖਜ਼ਾਨੇ ਦੇ ਵਿੱਚੋਂ, KPK ਦੇ ਵਿੱਚੋਂ। ਜਿਹੜਾ ਪਿੱਛੇ ਤੁਸੀਂ ਦੇਖਿਆ ਸੀ MRI ਮਸ਼ੀਨ ਚੋਰੀ ਹੋ ਗਈ ਸੀ ਇੱਕ ਹਸਪਤਾਲ 'ਚੋਂ, ਤੇ ਦਰਖਾਸਤ ਆਪਣੇ ਪਠਾਨ ਜਿਹੜੇ ਭਰਾ ਨੇ ਉਹਨਾਂ ਅੱਗੇ ਆ ਕਿ ਯਾਰਾ ਅਕਲ ਸ਼ੌਰ ਦਾ ਇਸਤੇਮਾਲ ਕਰੋ। ਅਕਲ ਸ਼ੌਰ ਇਸ ਚੀਜ਼ ਦਾ ਨਾਂ ਨਹੀਂ ਕਿ ਸੜਕਾਂ ਦੇ ਉੱਤੇ ਬੱਚੀਆਂ ਨੱਚਣ, ਉੱਤੇ ਬੇਹੂਦਾ ਗਾਣੇ ਚੱਲਣ, ਇੱਕ ਬੰਦਾ ਕੁਰਾਨ ਦੀ ਆਇਤ ਪੜ੍ਹੇ ਤੇ ਬਾਅਦ 'ਚ ਅੱਗੇ ਗਾਣੇ ਸ਼ੁਰੂ ਹੋ ਜਾਣ, ਇਹ ਨਹੀਂ ਸ਼ੌਰ। ਅਕਲ ਸ਼ੌਰ ਦਾ ਇਸਤੇਮਾਲ ਕਰੋ, ਜਿਹੜੇ ਅਸਲ ਨਸਲੀ ਲੋਕ ਨੇ ਨਾ ਉਹਨਾਂ ਨੂੰ ਇੰਤਖਾਬ ਕਰੋ, ਉਹ ਤੁਹਾਡਾ ਫਾਇਦਾ ਕਰਨਗੇ। ਇਹ ਜਿਹੜੇ ਸ਼ਰਾਬਾਂ ਪੀਣ ਵਾਲੇ ਨੇ ਨਾ, ਗੰਡਾਪੁਰ ਵਰਗੇ, ਇਹ ਹਮੇਸ਼ਾ ਮੋਜ਼ੀ ਲੋਕ ਨੇ, ਇਹਨਾਂ ਨੇ ਹਮੇਸ਼ਾ ਨੁਕਸਾਨ ਹੀ ਦੇਣਾ। ਅੱਛਾ, ਇਹਦੇ ਵਿੱਚ ਚੀਜ਼ ਇੱਕ ਹੋਰ ਬੜੀ ਅਹਿਮ ਵੇਖੀ ਗਈ ਹੈ ਕਿ ਕਹਿੰਦੇ ਨਾ ਪੰਜਾਬ ਦੇ ਵਿੱਚ ਤਰੱਕੀ ਹੈ ਤੇ ਫਲਾਨਾ ਤੇ ਇਹ ਤੇ ਉਹ। ਇਹਦੇ ਵਿੱਚ ਜਿਹੜਾ ਮੇਰਾ ਓਪੀਨੀਅਨ ਹੈ ਨਾ ਉਹ ਇਹ ਆ ਕਿ ਪੰਜਾਬ ਦੀ ਜਿਹੜੀ ਆਵਾਮ ਹੈ ਨਾ, ਇਹ ਜ਼ੀਰੋ ਟੋਲਰੈਂਸ ਰੱਖਦੀ ਹੈ ਐਵੇਂ ਦੀਆਂ ਇਲੀਗਲ ਐਕਟੀਵਿਟੀਆਂ ਤੇ। ਮਿਸਾਲ ਦੇ ਤੌਰ ਤੇ ਤੁਸੀਂ ਵੇਖ ਲਓ ਕਿ ਜਦੋਂ ਕੋਈ ਇਸ ਤਰ੍ਹਾਂ ਦਾ ਜ਼ਿਆਦਾ ਪਰਫਾਰਮੈਂਸ ਹੁੰਦੀ ਇਲੀਗਲ ਤੇ ਆਵਾਮ ਬਾਹਰ ਆ ਜਾਂਦੀ ਹੈ, ਆਪਣੇ ਹੱਕ ਲਈ ਬੋਲਦੀ ਹੈ, ਆਪਣੇ ਹੱਕ ਲਈ ਨਿਕਲਦੀ ਹੈ, ਜਾਨਾਂ ਦਿੰਦੀ ਹੈ, ਮਾਰਾਂ ਖਾਂਦੀ ਹੈ। ਜਦ ਕਿ ਮੈਂ ਵੇਖ ਰਿਹਾ ਸਿੰਧ ਦੇ ਵਿੱਚ ਸਿੰਧੂ ਰਾਜ ਆਮ ਹੈ, ਜਿਹੜੇ ਪਠਾਨ ਨੇ ਉਹ ਕਹਿੰਦੇ ਨੇ ਜਿਹੜਾ ਪਠਾਨ ਹੈ ਉਹ ਹੀ ਸਹੀ ਹੈ, ਬਾਕੀ ਸਭ ਫਾਰਗ ਹੈ। ਇਸ ਚੀਜ਼ ਦਾ ਇੱਕ ਬੜਾ ਵੱਡਾ ਅਹਿਮ ਕਿਰਦਾਰ ਹੈ। ਜਿਉਂ ਤੱਕ ਪਠਾਨਾਂ ਨੂੰ ਇਸ ਚੀਜ਼ ਦੀ ਜਾਗ ਨਹੀਂ ਆਣੀ, ਜਿਉਂ ਤੱਕ ਸਿੰਧੀਆਂ ਨੂੰ ਇਸ ਚੀਜ਼ ਦੀ ਜਾਗ ਵਡੇਰੇਪਨ ਨੂੰ ਦੂਰ ਕਰਨ ਵਾਲੀ ਨਹੀਂ ਆਣੀ, ਮੇਰੇ ਭਾਈ ਇਹ ਤੁਹਾਡਾ ਬਜਟ ਹਮੇਸ਼ਾ ਖਾਦਾ ਜਾ ਰਿਹਾ ਹੈ ਤੇ ਖਾਦਾ ਜਾਏਗਾ। ਇਹੀ ਹਾਲਤ ਬਲੋਚਿਸਤਾਨ ਵਿੱਚ ਜੀ। ਇਹ ਦੂਸਰੇ ਜਿਹੜੇ ਸੂਬਿਆਂ ਦੀ ਆਵਾਮ ਹੈ ਜਿਹੜੀ ਨਾ ਇੱਕ ਦੱਬ ਕੇ ਰਹਿ ਚੁੱਕੀ ਹੈ, ਇਹਨਾਂ ਨੂੰ ਵੀ ਚਾਹੀਦਾ ਹੈ ਕਿ ਸਾਹਮਣੇ ਆਉਣ, ਗੱਲਬਾਤ ਕਰਨ, ਆਪਣੇ ਹੱਕ ਲਈ ਬੋਲਣ, ਫਿਰ ਇਹਨਾਂ ਲਈ ਜਿਹੜਾ ਨਾ ਕੁਝ ਸਹੂਲੀਅਤ ਬਣਨਗੀਆਂ ਜਿਵੇਂ ਪੰਜਾਬ 'ਚ ਨੇ ਇਸ ਤਰ੍ਹਾਂ ਸਾਰਾ। ਤੇ ਆਪਣਾ ਬੜਾ ਸਾਰਾ ਖਿਆਲ ਰੱਖਿਓ ਜੀ। ਅੱਲਾ ਹਾਫਿਜ਼।